My dear students of 10th class, let us do the question answer of lesson The Homecoming. Our first question is, who was Fatik? Fatik was 14 years old boy. He was the ringleader among the boys of his village. His fertile mind always thought of new mischiefs. ਤਾਂ ਫਟਿਕ ਇੱਕ 14 ਸਾਲ ਦਾ ਲੜਕਾ ਸੀ। ਉਹ ਆਪਣੇ ਪਿੰਡ ਦੇ ਲੜਕਿਆਂ ਦਾ ਮੁਖੀਆ ਸੀ। ਉਸ ਦਾ ਦਿਮਾਗ ਬਹੁਤ ਉਪਜਾਊ ਸੀ ਅਤੇ ਹਮੇਸ਼ਾ ਨਵੀਆਂ ਨਵੀਆਂ ਸ਼ਰਾਰਤਾਂ ਸੋਚਦਾ ਰਹਿੰਦਾ ਸੀ। ਕੁਐਸਚਨ ਨੰਬਰ 2, ਵਟ ਵਾਜ਼ ਦਾ ਨਿਊ ਮਿਸਚੀਫ ਆਫ ਪਾਟਿਕ ਥਾਟ ਆਫ? ਪਾਟਿਕ ਨੂੰ ਕਿਹੜੀ ਨਵੀਂ ਸ਼ਰਾਰਤ ਸੁੱਝੀ? There was a log lying on the bank of the river. He planned to roll the log away with the help of the other boys. In this way, he wanted to annoy the owner and enjoy the fun. ਨਦੀ ਦੇ ਕਿਨਾਰੇ ਲੱਕੜੀ ਦਾ ਇੱਕ ਲੱਠਾ ਪਿਆ ਹੋਇਆ ਸੀ। ਉਸਨੇ ਦੂਸਰੇ ਮੁੰਡਿਆਂ ਦੀ ਮਦਦ ਨਾਲ ਲੱਠੇ ਨੂੰ ਧੱਕਣ ਦੀ ਯੋਜਨਾ ਬਣਾਈ। ਇਸ ਪ੍ਰਕਾਰ ਉਹ ਮਾਲਿਕ ਨੂੰ ਪਰੇਸ਼ਾਨ ਕਰਨਾ ਚਾਹੁੰਦਾ ਸੀ ਅਤੇ ਇਹ ਸਾਰੀ ਸਥਿਤੀ ਦਾ ਆਨੰਦ ਉਠਾਉਣਾ ਚਾਹੁੰਦਾ ਸੀ। Why were Patik and his friends annoyed with ਮੱਖਣ? ਪਾਟਿਕ ਤੇ ਉਹਦੇ ਦੋਸਤ ਜਿਹੜੇ ਹਨ ਮੱਖਣ ਤੋਂ ਕਿਉਂ ਨਾਰਾਜ਼ ਹੋਏ? Fatik and other boys wanted to roll the log away, but Makhan came and sat down on the log. This annoyed Fatik and his friends. ਫਾਟਿਕ ਤੇ ਉਹਦੇ ਦੋਸਤ ਉਸ ਲੱਠੇ ਨੂੰ ਦੂਰ ਤੱਕ ਕੇ ਲੈ ਕੇ ਜਾਣਾ ਚਾਹੁੰਦੇ ਸਨ, ਪਰ ਇੰਨੇ ਚਿਰ ਨੂੰ ਮੱਖਣ ਘੁੰਮਦਾ ਹੋਇਆ ਕਿਤੋਂ ਆਇਆ ਅਤੇ ਉਸ ਲੱਕੜ ਦੇ ਲੱਠੇ 'ਤੇ ਬੈਠ ਗਿਆ। ਇਸ ਤਰ੍ਹਾਂ ਕਰਕੇ ਫਾਟਿਕ ਅਤੇ ਉਸ ਦੇ ਮਿੱਤਰ ਉਸ ਨਾਲੋਂ ਨਾਰਾਜ਼ ਹੋ ਗਏ। ਵਟ ਵਾਜ਼ ਫਾਟਿਕਸ ਨਿਊ ਮੈਨਿਓਰ? ਮੈਨਿਓਰ ਚਾਲ, ਪਲਾਨ। ਉਹਦੀ ਨਵੀਂ ਚਾਲ ਕੀ ਸੀ? ਕਿਉਂਕਿ ਜਦੋਂ ਹੁਣ ਉੱਪਰ ਆ ਕੇ ਬੈਠ ਗਿਆ ਉਹ ਲੱਕੜ ਦੇ ਉੱਤੇ ਮੱਖਣ, ਅਤੇ ਉਹਨਾਂ ਨੇ ਕੀ ਸੋਚਿਆ ਵੀ ਹੁਣ ਆਪਾਂ ਕੀ ਕਰਨਾ ਹੈ? ਉਸ ਦਾ ਆਨਸਰ ਆ, Fatik asked his followers to roll the log with Makhan sitting over it. Then he thought it would give them added amusement. ਫਾਟਿਕ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਲੱਠੇ ਨੂੰ ਉਸ ਉੱਤੇ ਬੈਠੇ ਮੱਖਣ ਸਮੇਤ ਹੀ ਅੱਗੇ ਨੂੰ ਰੇੜਨਗੇ, ਤਾਂ ਉਹਨਾਂ ਸੋਚਿਆ ਵੀ ਇੱਦਾਂ ਕਰਕੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਆਨੰਦ ਆਵੇਗਾ। ਕੁਐਸਚਨ ਨੰਬਰ 5, ਵਾਈ ਡਿਡ ਫਾਟਿਕ ਬੀਟ ਮੱਖਣ ਈਵਨ ਇਨ ਦਾ ਪ੍ਰੈਜ਼ੈਂਸ ਆਫ ਹਿਸ ਮਦਰ? ਫਾਟਿਕ ਨੇ ਮੱਖਣ ਨੂੰ ਆਪਣੀ ਮਾਂ ਦੇ ਹੁੰਦਿਆਂ ਹੋਇਆ ਵੀ ਕਿਉਂ ਕੁੱਟਿਆ? Makhan lied to his mother that Fatik has beaten him. Fatik could not bear this, therefore he beat Makhan. ਮੱਖਣ ਨੇ ਆਪਣੀ ਮਾਂ ਨੂੰ ਝੂਠ ਬੋਲ ਕੇ ਕਿਹਾ ਕਿ ਫਟਿਕ ਨੇ ਉਸ ਨੂੰ ਕੁੱਟਿਆ ਹੈ। ਅਸਲ ਦੇ ਵਿੱਚ ਉਸ ਨੇ ਫਟਿਕ ਨੂੰ ਕੁੱਟਿਆ ਸੀ। ਫਟਿਕ ਇਹ ਸਹਿ ਨਹੀਂ ਸਕਿਆ, ਇਸ ਲਈ ਉਸਨੇ ਮੱਖਣ ਨੂੰ ਆਪਣੀ ਮਾਂ ਦੀ ਪ੍ਰੈਜ਼ੈਂਸ ਦੇ ਵਿੱਚ ਕੁੱਟਿਆ। 6th ਕੁਐਸਚਨ, ਵਾਜ਼ ਮੱਖਣ ਸਪੀਕਿੰਗ ਦਾ ਟਰੁੱਥ? ਕੀ ਮੱਖਣ ਸਹੀ ਬੋਲ ਰਿਹਾ ਸੀ? ਨੋ, ਹੀ ਵਾਜ਼ ਨਾਟ ਸਪੀਕਿੰਗ ਦਾ ਟਰੁੱਥ. ਫਟਿਕ ਹੈਡ ਨਾਟ ਬੀਟਨ ਹਿਮ. ਇਨ ਫੈਕਟ ਇਟ ਵਾਜ਼ ਦਾ ਮੱਖਣ ਹੂ ਹੈਡ ਬੀਟਨ ਫਟਿਕ. ਨਹੀਂ, ਮੱਖਣ ਝੂਠ ਬੋਲ ਰਿਹਾ ਸੀ, ਫਟਿਕ ਨੇ ਉਸ ਨੂੰ ਕੁੱਟਿਆ ਨਹੀਂ ਸੀ। ਅਸਲ ਦੇ ਵਿੱਚ ਮੱਖਣ ਨੇ ਫਟਿਕ ਨੂੰ ਕੁੱਟਿਆ ਸੀ। ਜਦੋਂ ਉਹਨਾਂ ਨੇ ਰੋਲ ਉਸ ਲੱਕੜ ਦੇ ਲੱਠੇ ਨੂੰ ਰੇੜਿਆ ਅਤੇ ਡਿੱਗ ਪਿਆ ਅਤੇ ਥੱਲੇ ਉੱਠ ਕੇ ਮੁੜ ਕੇ ਉਹਨੂੰ ਕੁੱਟਿਆ ਸੀ। ਨੈਕਸਟ ਕੁਐਸਚਨ, ਵਾਈ ਡਿਡ ਫਟਿਕਸ ਮਦਰ ਵਾਂਟ ਟੂ ਸੈਂਡ ਹਿਮ ਅਵੇ ਟੂ ਹਰ ਬ੍ਰਦਰਜ਼ ਹਾਊਸ? ਉਹਦੀ ਮਾਂ ਆਪਣੇ ਭਰਾ ਦੇ ਘਰ ਫਟਿਕ ਨੂੰ ਕਿਉਂ ਭੇਜਣਾ ਚਾਹੁੰਦੀ ਸੀ? The mother had a prejudice against Fatik. She thought he would someday drown Makhan in the river or break his head in a fight. Therefore, she wanted to send him away. ਮਾਂ ਫਟਿਕ ਦੇ ਪ੍ਰਤੀ ਇੱਕ ਗਲਤ ਧਾਰਨਾ ਰੱਖਦੀ ਸੀ। ਉਹ ਇਹ ਸੋਚਦੀ ਸੀ ਕਿ ਕਿਸੇ ਦਿਨ ਮੱਖਣ
ਉਹ ਮੱਖਣ ਨੂੰ ਜਾਂ ਤਾਂ ਨਦੀ ਵਿੱਚ ਡੁਬੋ ਦੇਗਾ ਜਾਂ ਲੜਾਈ ਵਿੱਚ ਉਸ ਦਾ ਸਿਰ ਪਾੜ ਦੇਵੇਗਾ। ਇਸ ਲਈ ਉਹ ਉਸ ਨੂੰ ਉੱਥੋਂ ਦੂਰ ਭੇਜਣਾ ਚਾਹੁੰਦੀ ਸੀ। 8th question, how was Fatix received by his aunt? ਫਾਟਿਕ ਨੂੰ ਉਹਦੀ ਆਂਟ, ਉਹਦੀ ਆਂਟੀ ਨੇ, ਉਹਦੀ ਮਾਮੀ ਨੇ ਕਿਸ ਤਰ੍ਹਾਂ ਉਹਦਾ ਸਵਾਗਤ ਕੀਤਾ। The aunt was not at all pleased. She thought of Fatik as an unnecessary addition to her family. ਫਾਟਿਕ ਦੀ ਮਾਮੀ ਬਿਲਕੁਲ ਵੀ ਖੁਸ਼ ਨਹੀਂ ਹੋਈ। ਉਹ ਫਾਟਿਕ ਨੂੰ ਆਪਣੇ ਪਰਿਵਾਰ ਵਿੱਚ ਇੱਕ ਗੈਰ ਜ਼ਰੂਰੀ ਵਾਧਾ ਮੰਨਦੀ ਸੀ। 9th question, why couldn't Fatik do well at school? ਫਾਟਿਕ ਸਕੂਲ ਦੇ ਵਿੱਚ ਵਧੀਆ ਕਿਉਂ ਨਹੀਂ ਕਰ ਸਕਿਆ, ਯਾਨੀ ਚੰਗੀ ਪੜ੍ਹਾਈ ਨਹੀਂ ਕਰ ਸਕਿਆ। ਹਾਊ ਡਿਡ ਫਾਟਿਕ ਫੇਅਰ ਐਟ ਹਿਜ਼ ਨਿਊ ਸਕੂਲ ਇਨ ਕਲਕੱਤਾ? ਵੀ ਕਲਕੱਤੇ ਦੇ ਨਵੇਂ ਸਕੂਲ ਦੇ ਵਿੱਚ ਉਹਨੇ ਕਿਹੋ ਜਿਹਾ ਮਹਿਸੂਸ ਕੀਤਾ। ਫਾਟਿਕ ਵਾਜ਼ ਇਲ ਟ੍ਰੀਟਡ ਐਟ ਹਿਜ਼ ਅੰਕਲਸ ਹਾਊਸ। ਹੀ ਵਾਜ਼ ਆਲਵੇਜ਼ ਸੈਡ। ਹੀ ਕੁਡ ਨੋਟ put his mind to his studies. Naturally, he could not do well at school. ਫਾਟਿਕ ਨੂੰ ਉਸ ਦੇ ਮਾਮੇ ਦੇ ਘਰ ਵਿੱਚ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਉਹ ਹਮੇਸ਼ਾ ਉਦਾਸ ਰਹਿੰਦਾ ਸੀ। ਉਹ ਆਪਣਾ ਧਿਆਨ ਪੜ੍ਹਾਈ ਵਿੱਚ ਵੀ ਨਹੀਂ ਲਗਾ ਪਾਉਂਦਾ ਸੀ। ਸੁਭਾਵਿਕ ਰੂਪ ਵਿੱਚ ਸਕੂਲ ਦੇ ਵਿੱਚ ਉਹਦਾ ਪ੍ਰਦਰਸ਼ਨ ਜਾਂ ਉਹਦੀ ਕਾਰਜਗੁਜ਼ਾਰੀ ਚੰਗੀ ਨਹੀਂ ਸੀ। 10th question, how did Fatik's aunt behave on learning about the loss of his book? ਜਦੋਂ ਫਟਿਕ ਦੀ ਆਂਟ ਨੂੰ ਇਹ ਪਤਾ ਲੱਗਿਆ ਵੀ ਫਟਿਕ ਨੇ ਆਪਣੀ ਕਿਤਾਬ ਗਵਾ ਲਈ ਆ ਤਾਂ ਕੀ ਹੋਇਆ। The aunt called Fatik a country lout. She said that she couldn't buy him new books 5 times a month. ਮਾਮੀ ਨੇ ਫਟਿਕ ਨੂੰ ਇੱਕ ਪਿੰਡ ਦਾ ਗਵਾਰ ਕਿਹਾ। ਉਸ ਨੇ ਕਿਹਾ ਕਿ ਉਹ ਉਸ ਨੂੰ ਮਹੀਨੇ ਵਿੱਚ 5 ਵਾਰ ਨਵੀਆਂ ਪੁਸਤਕਾਂ ਖਰੀਦ ਕੇ ਨਹੀਂ ਦੇ ਸਕਦੀ। Question 11th, what was the immediate reason for Fatik's departure from his uncle's house? ਫਟਿਕ ਕਿਉਂ ਆਪਣੇ ਅੰਕਲ ਦੇ ਘਰ ਨੂੰ ਛੱਡ ਕੇ ਜਾਣਾ ਚਾਹੁੰਦਾ ਸੀ ਜਾਂ ਗਿਆ। One day Fatik had a bad headache and a shivering fit. He feared he would become a nuisance to his aunt. That's why he left the house. ਇੱਕ ਦਿਨ ਫਟਿਕ ਦਾ ਸਿਰ ਬਹੁਤ ਜ਼ਿਆਦਾ ਦੁਖਣ ਲੱਗਾ। ਉਸ ਨੂੰ ਕੰਬਣੀ ਛਿੜ ਗਈ। ਉਸ ਨੂੰ ਡਰ ਸੀ ਕਿ ਜਦੋਂ ਉਸ ਦੀ ਮਾਮੀ ਨੂੰ ਇਸ ਗੱਲ ਦਾ ਪਤਾ ਲੱਗੂਗਾ ਤਾਂ ਉਸ ਨੂੰ ਫਿਰ ਬੁਰਾ ਭਲਾ ਕਹੇਗੀ। ਇਸ ਲਈ ਉਸ ਨੇ ਘਰ ਛੱਡ ਦਿੱਤਾ। Why did Bisambar send for his sister? ਬਿਸੰਬਰ ਜਿਹੜਾ ਉਹਨੇ ਆਪਣੀ ਭੈਣ ਨੂੰ ਕਿਉਂ ਬੁਲਾਵਾ ਭੇਜਿਆ। Fatik was seriously ill. The doctor said that the boy's condition was critical. That was why Bisambar sent for his sister. Fatik ਗੰਭੀਰ ਰੂਪ ਨਾਲ ਬਿਮਾਰ ਸੀ, ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ। ਡਾਕਟਰ ਨੇ ਕਿਹਾ ਵੀ ਲੜਕੇ ਦੀ ਹਾਲਤ ਨਾਜ਼ੁਕ ਹੈ, ਇਸ ਲਈ ਬਿਸੰਬਰ ਨੇ ਆਪਣੀ ਭੈਣ ਨੂੰ ਆਉਣ ਦਾ ਸੰਦੇਸ਼ਾ ਭੇਜਿਆ। What were Fatik's last word? ਫਟਿਕ ਦੇ ਲਾਸਟ ਵਰਡ ਕੀ ਸੀ, ਆਖਰੀ ਸ਼ਬਦ ਕੀ ਸਨ। Fatik's last word were, Mother, the holidays have come. ਫਟਿਕ ਦੇ ਆਖਰੀ ਸ਼ਬਦ ਸਨ, ਮਾਂ ਛੁੱਟੀਆਂ ਆ ਗਈਆਂ ਹਨ। ਕਿਉਂਕਿ ਉਸ ਦੀ ਮਾਂ ਪਿੰਡ ਵਿੱਚ ਰਹਿੰਦੀ ਸੀ, ਉਹਨੂੰ ਇੱਦਾਂ ਲੱਗਿਆ ਵੀ ਉਹ ਆਪਣੀ ਮਾਂ ਕੋਲ ਪਹੁੰਚ ਗਿਆ ਆ ਅਤੇ ਛੁੱਟੀਆਂ ਹੁਣ ਉਸ ਨੂੰ ਹੋ ਗਈਆਂ ਹਨ। ਇਹ ਛੋਟੇ ਕੁਐਸਚਨ ਸੀ ਬੱਚਿਓ। ਨੈਕਸਟ ਲੌਂਗ ਕੁਐਸਚਨ ਆਨਸਰ ਆ 30 to 50 ਵਰਡਸ ਦੇ ਵਿੱਚ। ਫਸਟ ਕੁਐਸਚਨ ਹੈ, ਹਾਊ ਵਾਜ਼ ਫਟਿਕ ਫੀਲ ਵੈਨ ਹੀ ਇਜ਼ ਐਟ ਕਲਕੱਤਾ? ਜਦੋਂ ਕਲਕੱਤਾ 'ਚ ਸੀ ਤਾਂ ਉਸਨੇ ਕਿਵੇਂ ਮਹਿਸੂਸ ਕੀਤਾ। ਵਾਈਲ ਐਟ ਕੋਲਕੱਤਾ ਫਟਿਕ ਫੀਲਸ ਲਾਈਕ ਏ ਫਿਸ਼ ਆਊਟ ਆਫ ਵਾਟਰ। ਹਿਜ਼ ਆਂਟ ਇਲ ਟ੍ਰੀਟਸ ਹਿਮ ਐਟ ਸਕੂਲ। ਹਿਜ਼ ਟੀਚਰਸ ਕੇਨ ਹਿਮ ਡੇਲੀ। Fatik's life is very miserable in his aunt's house. He longs to go back to his village home. ਕੋਲਕਾਤਾ ਵਿੱਚ ਫਟਿਕ ਪਾਣੀ ਤੋਂ ਬਾਹਰ ਆਈ ਮਛਲੀ ਵਾਂਗ ਮਹਿਸੂਸ ਕਰ ਰਿਹਾ ਸੀ। ਉਸ ਦੀ ਮਾਮੀ ਉਸ ਨਾਲ ਬੁਰਾ ਵਿਵਹਾਰ ਕਰਦੀ ਸੀ। ਸਕੂਲ ਦੇ ਵਿੱਚ ਟੀਚਰ ਉਸ ਨੂੰ ਕੁੱਟਦੇ ਸੀ। ਫਟਿਕ ਦੇ ਜੀਵਨ ਜਿਹੜਾ ਦੁੱਖ ਭਰਿਆ ਸੀ। ਅਧਿਆਪਕ ਉਸ ਨੂੰ ਬੈਂਤਾਂ ਨਾਲ ਕੁੱਟਦੇ ਸੀ। ਉਹ ਵਾਪਸ ਆਪਣੇ ਪਿੰਡ ਘਰ ਜਾਣ ਲਈ
ਤੜਫਦਾ ਰਹਿੰਦਾ ਸੀ, ਯਾਨੀ ਉਹਦੀ ਇੱਛਾ ਸੀ ਵੀ ਜਲਦ ਤੋਂ ਜਲਦ ਆਪਣੇ ਘਰ ਵਾਪਸ ਚਲਾ ਜਾਵੇ। ਵਾਈ ਡਜ਼ ਬਿਸ਼ੰਬਰ ਵਾਂਟ ਟੂ ਟੇਕ ਫਟਿਕ ਟੂ ਕੋਲਕਾਤਾ? ਬਿਸ਼ੰਬਰ ਫਟਿਕ ਨੂੰ ਕੋਲਕਾਤਾ ਕਿਉਂ ਲੈ ਕੇ ਜਾਣਾ ਚਾਹੁੰਦਾ ਸੀ? The mother is prejudiced against Fatik. She thinks of him as a big nuisance. She calls him lazy, wild, and disobedient. Bishambar wants to help his widowed sister, so he offers to take Fatik with him to Kolkata. He says he will educate him there with his own children. ਮਾਂ ਦੀ ਫਟਿਕ ਦੇ ਪ੍ਰਤੀ ਇੱਕ ਗਲਤ ਧਾਰਨਾ ਬਣੀ ਹੋਈ ਸੀ। ਉਹ ਉਸ ਨੂੰ ਵੱਡੀ ਸਿਰਦਰਦੀ ਮੰਨਦੀ ਸੀ, ਉਸ ਨੂੰ ਨਿਕੰਮਾ, ਅਸੱਭਿਆਚਾਰਕ, ਗੁਸਤਾਖ ਕਹਿੰਦੀ ਸੀ। ਬਿਸ਼ੰਬਰ ਆਪਣੀ ਵਿਧਵਾ ਭੈਣ ਦੀ ਮਦਦ ਕਰਨਾ ਚਾਹੁੰਦਾ ਸੀ, ਇਸ ਲਈ ਉਹ ਫਟਿਕ ਨੂੰ ਆਪਣੇ ਨਾਲ ਕਲਕੱਤਾ ਲੈ ਜਾਣ ਦੀ ਪੇਸ਼ਕਸ਼ ਕਰਦਾ ਹੈ। ਉਹ ਕਹਿੰਦਾ ਕਿ ਉੱਥੇ ਉਹ ਆਪਣੇ ਬੱਚਿਆਂ ਦੇ ਨਾਲ ਇਸ ਨੂੰ ਪੜ੍ਹਾਏਗਾ। ਹੂ ਇਜ਼ ਰਿਸਪੋਂਸੀਬਲ ਫਾਰ ਫਾਟਿਕਸ ਡੈਥ? ਫਟਿਕ ਦੀ ਡੈਥ, ਉਹਦੀ ਮੌਤ ਦੇ ਲਈ ਕੌਣ ਜ਼ਿੰਮੇਵਾਰ ਸੀ? It is solely the cruel aunt who is responsible for Fatik's death. She dislikes the boy from the very beginning. She thinks of him as an unnecessary addition to her family. She ill-treats him all the time. Even when the poor boy is critically ill, she calls him a nuisance. We can say that the heartless witch causes the poor boy's death in the end. ਅਸੀਂ ਇੱਥੇ ਦੇਖਦੇ ਹਾਂ ਵੀ ਉਸ ਦੀ ਮੌਤ ਦਾ ਪੂਰਨ ਰੂਪ ਨਾਲ ਜ਼ਿੰਮੇਵਾਰ ਉਸ ਦੀ ਮਾਮੀ ਨੂੰ ਮੰਨਿਆ ਜਾ ਸਕਦਾ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਸ ਨੂੰ ਪਸੰਦ ਨਹੀਂ ਕਰਦੀ ਸੀ, ਉਸ ਨੂੰ ਆਪਣੇ ਪਰਿਵਾਰ ਵਿੱਚ ਗੈਰ ਜ਼ਰੂਰੀ ਵਾਧਾ ਮੰਨਦੀ ਸੀ, ਹਰ ਸਮੇਂ ਉਸ ਨਾਲ ਬੁਰਾ ਵਿਵਹਾਰ ਕਰਦੀ ਸੀ। ਈਵਨ ਜਦੋਂ ਉਹ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਤਾਂ ਵੀ ਉਹ ਉਸ ਨੂੰ ਸਿਰਦਰਦੀ ਕਹਿੰਦੀ ਹੈ। ਤਾਂ ਇਸ ਤਰ੍ਹਾਂ ਅਸੀਂ ਉਸ ਨਿਰਦੋਈ ਔਰਤ ਨੂੰ ਉਸ ਮੁੰਡੇ ਦੀ ਮੌਤ ਦਾ ਕਾਰਨ ਮੰਨਦੇ ਹਾਂ। ਰਾਈਟ ਏ ਕਰੈਕਟਰ ਸਕੈਚ ਆਫ ਬਿਸ਼ੰਬਰ। ਬਿਸ਼ੰਬਰ ਦਾ ਪਾਤਰ ਚਿੱਤਰਨ ਕਰੋ, ਯਾਨੀ ਉਹਦੇ ਬਾਰੇ ਜਾਣਕਾਰੀ ਦਿਓ। ਬਿਸ਼ੰਬਰ ਇਜ਼ ਏ ਫਾਟਿਕਸ ਮੈਟਰਨਲ ਅੰਕਲ। ਹੀ ਹੈਜ਼ ਏ ਲੋਟ ਆਫ ਲਵ ਫਾਰ ਹਿਜ਼ widowed sister. He finds that Fatik is a trouble for his sister. He offers to take him to Kolkata. He says he will educate him there with his own children. Truly Bishambar is a loving brother, but he is not imaginative. He commits a blunder in taking Fatik to Kolkata. ਫਟਿਕ ਬਿਸ਼ੰਬਰ ਦਾ ਮਾਮਾ ਹੈ। ਉਹ ਆਪਣੀ ਵਿਧਵਾ ਭੈਣ ਨਾਲ ਬਹੁਤ ਪਿਆਰ ਕਰਦਾ ਹੈ। ਉਹ ਦੇਖਦਾ ਹੈ ਕਿ ਫਟਿਕ ਉਸ ਦੀ ਭੈਣ ਲਈ ਪਰੇਸ਼ਾਨੀ ਦਾ ਕਾਰਨ ਹੈ, ਇਸ ਲਈ ਉਸ ਨੂੰ ਕਲਕੱਤਾ ਲੈ ਜਾਣ ਦੀ ਪੇਸ਼ਕਸ਼ ਕਰਦਾ ਹੈ, ਜਿੱਥੇ ਉਹ ਉਸ ਨੂੰ ਆਪਣੇ ਬੱਚਿਆਂ ਨਾਲ ਪੜ੍ਹਾਉਣਾ ਚਾਹੁੰਦਾ ਹੈ। ਸੱਚਮੁੱਚ ਹੀ ਬਿਸ਼ੰਬਰ ਇੱਕ ਪਿਆਰ ਕਰਨ ਵਾਲਾ ਭਰਾ ਹੈ, ਪਰੰਤੂ ਉਹ ਕਲਪਨਾਸ਼ੀਲ ਨਹੀਂ ਹੈ। ਉਹ ਫਟਿਕ ਨੂੰ ਕੋਲਕਾਤਾ ਲੈ ਜਾਣ ਦੀ ਸਭ ਤੋਂ ਵੱਡੀ ਗਲਤੀ ਕਰਦਾ ਹੈ। ਰਾਈਟ ਏ ਕਰੈਕਟਰ ਸਕੈਚ ਆਫ ਮੱਖਣ। Makhan is a Fatik's younger brother. He is the darling of his mother. She calls him as good as gold, but we see that Makhan is not that good. He is spoiled sport. He comes and sits on the log when the other boys want to roll it away. He also tells lies to his mother about Fatik. ਮੱਖਣ ਫਟਿਕ ਦਾ ਛੋਟਾ ਭਰਾ ਹੈ। ਉਹ ਆਪਣੀ ਮਾਂ ਦਾ ਲਾਡਲਾ ਹੈ। ਉਹ ਉਸ ਨੂੰ ਸੋਨੇ ਵਾਂਗ ਮੰਨਦੀ ਹੈ, ਪਰੰਤੂ ਅਸੀਂ ਦੇਖਦੇ ਹਾਂ ਕਿ ਮੱਖਣ ਇੰਨਾ ਚੰਗਾ ਵੀ ਨਹੀਂ ਹੈ। ਉਹ ਕੰਮ ਖਰਾਬ ਕਰਨ ਵਾਲਾ ਬੰਦਾ ਹੈ। ਜਦੋਂ ਮੁੰਡੇ ਉਸ ਲੱਕੜ ਦੇ ਲੱਠੇ ਨੂੰ ਰੇੜਨਾ ਚਾਹੁੰਦੇ ਹਨ ਤਾਂ ਉਸ ਉੱਪਰ ਆ ਕੇ ਬੈਠ ਜਾਂਦਾ ਹੈ ਅਤੇ ਫਾਟਿਕ ਨੂੰ ਕੁੱਟ ਕੇ ਆਉਂਦਾ ਹੈ ਅਤੇ ਆਪਣੀ ਮਾਂ ਨੂੰ ਝੂਠ ਵੀ ਬੋਲਦਾ ਹੈ। ਰਾਈਟ ਏ ਕਰੈਕਟਰ ਸਕੈਚ ਆਫ ਫਟਿਕਸ ਆਂਟ। ਫਟਿਕਸ ਦੀ ਆਂਟ, ਉਹਦੀ ਮਾਮੀ ਦਾ ਕਰੈਕਟਰਿਸਟਿਕ ਦੱਸੋ। ਫਟਿਕਸ ਆਂਟ ਇਜ਼ ਏ ਹਾਰਟਲੈਸ ਵਿਚ. She dislikes Fatik from the very beginning. She thinks of him as an unnecessary addition to her family. She ill-treats him all the time. Even when the poor boy is critically ill, she calls him nuisance. She has no womanly feelings in her heart. It is she who can be held solely responsible for Fatik's death. ਫਟਿਕ ਦੀ ਮਾਮੀ ਇੱਕ ਨਿਰਦਈ ਚੁੜੇਲ ਹੈ। ਵਿੱਚ ਸ਼ਬਦ ਚੁੜੇਲ ਲਈ ਲੱਗਦਾ ਆ। ਉਹ ਸ਼ੁਰੂ ਤੋਂ ਹੀ ਫਟਿਕ ਨੂੰ ਪਸੰਦ ਨਹੀਂ ਕਰਦੀ।
ਉਹ ਉਸ ਨੂੰ ਆਪਣੇ ਪਰਿਵਾਰ ਵਿੱਚ ਇੱਕ ਗੈਰ ਜ਼ਰੂਰੀ ਵਾਧਾ ਮੰਨਦੀ ਹੈ। ਉਹ ਹਰ ਸਮੇਂ ਉਸ ਨਾਲ ਬੁਰਾ ਵਿਵਹਾਰ ਕਰਦੀ ਹੈ। ਜਦੋਂ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੁੰਦਾ ਹੈ ਤਾਂ ਵੀ ਉਸ ਨੂੰ ਪਰੇਸ਼ਾਨੀ ਦਾ ਕਾਰਨ ਦੱਸਦੀ ਹੈ। ਉਸ ਦੇ ਦਿਲ ਵਿੱਚ ਔਰਤਾਂ ਵਾਲੀ ਕੋਈ ਭਾਵਨਾ ਨਹੀਂ ਹੈ। ਇਹ ਉਹੀ ਹੈ ਜੋ ਫਟਿਕ ਦੇ ਮੌਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਰਾਈਟ a character sketch of Fatik's mother. Fatik's mother is a simple-hearted lady. She is a widow and has 2 sons to bring up. She is prejudiced against Fatik, the elder one, but it does not mean she does not love him. She agrees to send him to Kolkata with her brother, but then she feels sad to see how anxious Fatik is to go. She is after all a mother. Fatik ਦੀ ਮਾਂ ਇੱਕ ਪਿਆਰ ਕਰਨ ਵਾਲੀ ਔਰਤ ਹੈ, ਇੱਕ ਵਿਧਵਾ ਹੈ। ਉਸ ਕੋਲ 2 ਬੱਚੇ ਹਨ ਜਿਹਦਾ ਉਸਨੇ ਪਾਲਣ ਪੋਸ਼ਣ ਕਰਨਾ ਹੈ। ਉਹ ਵੱਡੇ ਪੁੱਤਰ ਫਟਿਕ ਦੇ ਪ੍ਰਤੀ ਗਲਤ ਧਾਰਨਾ ਰੱਖਦੀ ਹੈ, ਪਰੰਤੂ ਇਸ ਦਾ ਇਹ ਅਰਥ ਨਹੀਂ ਕਿ ਉਸ ਨੂੰ ਪਿਆਰ ਨਹੀਂ ਕਰਦੀ। ਉਸ ਨੂੰ ਕੋਲਕਾਤਾ ਭੇਜਣ ਲਈ ਸਹਿਮਤ ਹੋ ਜਾਂਦੀ ਹੈ, ਪਰ ਉਦਾਸ ਵੀ ਹੋ ਜਾਂਦੀ ਹੈ। ਆਖਰ ਉਹ ਇੱਕ ਮਾਂ ਹੀ ਹੈ। ਕੁਐਸਚਨ ਨੰਬਰ 8, ਗਿਵ ਏ ਪੈਨ ਪੋਰਟਰੇਟ ਆਫ ਫਟਿਕ, ਯਾਨੀ ਕਰੈਕਟਰ ਸਕੈਚ ਦੱਸਣਾ। ਪੈਨ ਪੋਰਟਰੇਟ ਅਤੇ ਕਰੈਕਟਰ ਸਕੈਚ ਦੇ ਵਿੱਚ ਕੋਈ ਫਰਕ ਨਹੀਂ ਹੈ। Fatik is 14 years old boy. He is the ringleader among the boys of his village. He has a fertile mind. He keeps thinking of new mischiefs. His mother is fed up with him. He sends him away to Kolkata with her brother. Now Fatik begins to feel like a fish out of water. He longs to go back to his village home, but he has to wait until the holidays of his life come. ਫਟਿਕ 14 ਸਾਲ ਦੀ ਉਮਰ ਦਾ ਇੱਕ ਲੜਕਾ ਹੈ। ਉਹ ਆਪਣੇ ਪਿੰਡ ਦੇ ਮੁੰਡਿਆਂ ਦਾ ਮੁਖੀਆ ਹੈ। ਉਸ ਦਾ ਦਿਮਾਗ ਬਹੁਤ ਫਰਟਾਈਲ ਹੈ, ਉਪਜਾਊ ਹੈ। ਉਹ ਨਵੀਆਂ ਨਵੀਆਂ ਸ਼ਰਾਰਤਾਂ ਸੋਚਦਾ ਰਹਿੰਦਾ ਹੈ। ਉਸ ਦੀ ਮਾਂ ਉਸ ਤੋਂ ਬਹੁਤ ਪਰੇਸ਼ਾਨ ਹੈ। ਉਹ ਉਸ ਨੂੰ ਆਪਣੇ ਭਰਾ ਦੇ ਨਾਲ ਕਲਕੱਤਾ ਭੇਜ ਦਿੰਦੀ ਹੈ। ਹੁਣ ਫਟਿਕ ਉੱਥੇ ਬਿਨਾਂ ਪਾਣੀ ਵਾਲੀ ਮਛਲੀ ਵਾਂਗ ਮਹਿਸੂਸ ਕਰਦਾ ਹੈ। ਉਹ ਆਪਣੇ ਪਿੰਡ ਵਾਪਸ ਆਉਣਾ ਚਾਹੁੰਦਾ ਹੈ, ਪਰੰਤੂ ਉਸ ਨੂੰ ਆਪਣੇ ਜੀਵਨ ਦੀਆਂ ਛੁੱਟੀਆਂ ਸ਼ੁਰੂ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅਗਲਾ ਕੁਐਸਚਨ ਹੈ, ਡਿਸਕ੍ਰਾਈਬ ਦਾ ਕੁਆਰਲ ਬਿਟਵੀਨ ਫਟਿਕ ਐਂਡ ਮੱਖਣ। ਕੁਆਰਲ ਹੁੰਦਾ ਲੜਾਈ, ਉਹਦੇ ਵਿੱਚ ਝਗੜੇ ਜਾਂ ਲੜਾਈ ਦਾ ਕਾਰਨ ਫਟਿਕ ਅਤੇ ਮੱਖਣ ਦਾ ਕੀ ਹੈ। ਫਟਿਕ ਐਂਡ ਹਿਸ ਫਰੈਂਡਸ ਵਾਂਟਸ ਟੂ ਰੋਲ ਏ ਲੌਗ ਅਵੇ, ਬਟ ਮੱਖਣ ਕਮਸ ਐਂਡ ਸਿਟਸ ਔਨ ਦ ਲੌਗ। ਹੀ ਡਜ਼ਨਟ ਕੇਅਰ for Fatik's warning. Fatik asks the boys to roll the log. As they do so, Makhan falls down. Now Makhan gets up, falls upon Fatik and scratches his face. Then he goes home crying. He tells his mother that Fatik has beaten him. Fatik can't bear this telling of lies. He rains on Makhan a shower of blows. ਫਟਿਕ ਅਤੇ ਉਸਦੇ ਮਿੱਤਰ ਇੱਕ ਲੱਕੜ ਦੇ ਲੱਠੇ ਨੂੰ ਰੇੜਨਾ ਚਾਹੁੰਦੇ ਹਨ, ਦੂਰ ਲੈ ਕੇ ਜਾਣਾ ਚਾਹੁੰਦੇ ਹਨ, ਪਰ ਮੱਖਣ ਉਸ ਲੱਠੇ ਉੱਪਰ ਆ ਕੇ ਬੈਠ ਜਾਂਦਾ ਹੈ। ਉਹ ਫਟਿਕ ਦੀ ਚੇਤਾਵਨੀ ਦੀ ਪਰਵਾਹ ਨਹੀਂ ਕਰਦਾ। ਫਟਿਕ ਮੁੰਡਿਆਂ ਨੂੰ ਕਹਿੰਦਾ ਹੈ, ਅਸੀਂ ਲੱਕੜ ਦੇ ਲੱਠੇ ਨੂੰ ਅਤੇ ਮੱਖਣ ਨੂੰ ਦੋਵਾਂ ਨੂੰ ਇਕੱਠਿਆਂ ਨੂੰ ਰੇੜਦੇ ਹਾਂ। ਜਦੋਂ ਇਸ ਤਰ੍ਹਾਂ ਕਰਦੇ ਹਨ ਤਾਂ ਮੱਖਣ ਹੇਠਾਂ ਡਿੱਗ ਪੈਂਦਾ ਹੈ ਅਤੇ ਮੱਖਣ ਨੂੰ ਉੱਠ ਕੇ ਫਿਰ ਫਟਿਕ ਨੂੰ ਕੁੱਟਣ ਲੱਗ ਪੈਂਦਾ, ਉਸਦੇ ਚਿਹਰੇ ਨੂੰ ਨੋਚਦਾ ਹੈ। ਫਿਰ ਆਉਂਦਾ ਹੈ, ਘਰ ਚਲੇ ਜਾਂਦਾ ਹੈ, ਆਪਣੀ ਮਾਂ ਨੂੰ ਕਹਿੰਦਾ ਕਿ ਫਟਿਕ ਨੇ ਉਸ ਨੂੰ ਮਾਰਿਆ ਹੈ। ਫਟਿਕ ਉਸ ਨੂੰ ਝੂਠ ਬੋਲਣ ਕਰਕੇ ਫਿਰ ਉਸ ਨੂੰ ਮੁੱਕਿਆਂ ਦੀ ਬੌਛਾਰ ਕਰਦਾ ਹੈ, ਉਸ ਨੂੰ ਕੁੱਟਦਾ ਹੈ। ਇਹ ਉਹਨਾਂ ਦੀ ਲੜਾਈ ਅਤੇ ਝਗੜੇ ਦਾ ਮੁੱਖ ਕਾਰਨ ਹਨ। ਅਤੇ ਇਹ ਲੈਸਨ ਸੀ ਦਾ ਹੋਮ ਕਮਿੰਗ। ਕਿਸ ਤਰ੍ਹਾਂ 2 ਭਰਾ ਆਪਸ ਵਿੱਚ ਝਗੜਦੇ ਹਨ ਅਤੇ ਕਿਸ ਤਰ੍ਹਾਂ ਉਸ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ, ਅਤੇ ਜਿਸ ਦਾ ਅੰਤ ਫਟਿਕ ਦੀ ਮੌਤ ਹੁੰਦਾ ਆ। ਸੋ ਇਹ ਪ੍ਰਸ਼ਨ ਉੱਤਰ ਸੀ ਬੱਚਿਓ, ਕਾਪੀ 'ਤੇ ਨੋਟ ਕਰ ਲਿਓ, ਯਾਦ ਕਰ ਲਿਓ। ਧੰਨਵਾਦ।